अस्सलामुअलैकुम। सूफी इमरान ब्लॉग के सब दोस्तों कैसे हो, ठीक हो? आज हम निकले हैं वॉक करने के लिए। रात को हम हमारी रूटीन यही है कि हम रात को डेली 1 घंटा आधा घंटा वॉक करते हैं, एंजॉय करते हैं, गपशप लगाते हैं और इसकी कुछ झलकियाँ कुछ दिखाते हैं आपको। हमने क्या गपशप की, कैसे वॉक की, क्या करते रहे। ओके, जुड़े रहिए। बहुत औखा ਅੱਜ ਸਾਹਿਬ ਕਿੰਨੇ ਡੰਡ ਲਾ ਸਕਦੇ ਤੁਸੀਂ? ਨਹੀਂ ਹਲੇ ਲੱਗਣੇ। ਹਾਂ ਅਰਸਾ ਹੋ ਗਿਆ ਛੱਡੀ ਨੂੰ, ਡੰਡ ਲੱਗਦੇ ਆ। ਜੀ ਆਜੂ ਸਾਹਿਬ ਜਿਹੜੇ ਆ ਨਾ ਪੂਰੀ ਮਸਤੀ ਕਰਨ ਦੇ ਆ, ਪੂਰਾ ਖੇਡਣ ਦੇ ਆ ਬਈ। ਕਿਆ ਬਾਤ ਹੈ, ਨੇ ਕਬੱਡੀ ਖੇਡਣੀ ਆ। ਕੰਮ ਇਹਦਾ ਦੇਖ ਲਾ ਬੜਾ ਵਜਨੀ ਆ ਤੇ ਐਕਸਰਸਾਈਜ਼ ਇੰਜ ਕਰਦਾ ਜਿੱਦਾਂ ਬਹੁਤ ਵੱਡੀ ਕਬੱਡੀ ਖੇਡਣੀ ਇਹਨੇ। ਇਹ ਸਾਹਮਣੇ ਸਾਡੀ ਦੁਕਾਨ ਹੈ ਜੀ, ਇਹ ਜਗ੍ਹਾ ਤੇ ਸਾਡੇ ਇਮਰਾਨ ਸਾਹਿਬ ਫੋਰਮੈਨ ਸਾਹਿਬ ਮਾਸ਼ਾਅੱਲਾ ਐਕਸਰਸਾਈਜ਼ 'ਚ ਮਸਰੂਫ ਆ ਜੀ। ਮਾਸ਼ਾਅੱਲਾ वेट घटाने की कोशिश कर रहे हैं इमरान साहब। अल्लाह पाक रहमत करे, सारे तंदुरुस्ती देवे। माशाल्लाह एक्सरसाइज काफ़ी स्ट्रॉन्ग कर रहे हैं, काफ़ी स्ट्रॉन्ग एक्सरसाइज कर रहे हैं इमरान भाई। माशाल्लाह काफ़ी वेट घटा लिया इमरान भाई ने को थोड़े दिनों जी, बहुत सारा माशाल्लाह। हाँ जी, डाइट प्लान इन्होंने लिया जी किसी डॉक्टर साहब को। डॉक्टर साहब ने डाइट प्लान जो दिता ना जी बहुत वधिया दिता। उहदे नाल की होया कि इमरान साहब ने अपने आप को फिट कर लिया दोबारा। माशाल्लाह दोबारा जवान हो रहे इमरान साहब। अहमद के पापा दोबारा जवान हो रहे। ये हले अहमद नूं नहीं पता कि दोबारा जवान हो रहे। जे उन्होंने पता लग गया तो फिर शायद कोई कमेंट करे अहमद भी। अहमद नूं जे पता लग गया मेरे पापा जवान हो रहे तो फिर शायद कोई कमेंट करे। फिलहाल कोई हाँ अच्छा तस्मे खुल गए जी, शूलेसेस खुल गए इमरान साहब दे। इन्नी एक्सरसाइज कर ली। हाँ इमरान भाई ने व्लॉग शुरू किए नहीं बनाने यूट्यूब पे। माशाल्लाह बहुत अच्छा प्रोग्रेस आ उत्ते भी मिल रहा, बहुत अच्छा ना बैक फीड मिल रहा, फीडबैक जिन्होंने कहते होंगे है। माजरत ज़बान फिसल गई तो ठीक है। माशाल्लाह ये साडा वॉक टाइम है जी। एक्सरसाइज थोड़ी बहुत हल्की फुल्की। हाँ जी क्यों नहीं जी, बनता जी ਤੇ ਚਲੋ ਕੋਈ ਨਹੀਂ ਭਾਈ, ਇੱਕ ਜ਼ਰੂਰੀ ਆ ਫਿਟ ਰਹਿਣਾ, ਬਹੁਤ ਜ਼ਰੂਰੀ ਆ। ਉਹ ਦੇਖੋ ਭਾਈ ਵੀ ਜਿਹੜਾ ਦੌੜਿਆ ਫਿਰਦਾ ਭਾਈ ਕਿਦਾਂ ਦੌੜਦਾ। ਅਸੀਂ ਭਾਈ ਆਂ ਲੱਥੀ ਹੁੰਦੀ ਹੈ। ਆਹੋ ਇੱਦਾਂ ਹੀ ਕਰਨਾ ਪੈਂਦਾ ਭਾਈ। ਹਾਂ एक्सरसाइज तकरीबन कम से कम डेली 1 घंटा करनी ਜਿਹੜੀ ਆ ਨਾ ਬਹੁਤ ਜ਼ਰੂਰੀ ਆ। ਤੁਸੀਂ ਇੱਕ ਘੰਟਾ ਐਕਸਰਸਾइज नहीं ना करते ਤੁਹਾਡੇ ਵਾਸਤੇ ਬੜਾ ਮਸਲੇ ਆ, ਖਾਸ ਕਰਕੇ ਜਦੋਂ 40+ ਬੰਦਾ ਹੋ ਜਾਵੇ। ਤੁਸੀਂ ਕੀ ਕਹੋਗੇ ਇਹਦੇ ਬਾਰੇ 'ਚ? ਇਸ ਤਰ੍ਹਾਂ ਹੀ ਹੈ ਜੀ, 40+ ਜਿਹੜਾ ਕੰਮ ਆ ਨਾ। ਹਾਂ ਇਹ ਤੋਂ ਖੰਬੇ ਤੋਂ ਪਾਲੀ ਸਾਈਡ ਤੇ ਜਾ, ਫਿਰ ਇਧਰੋਂ ਇਦਾਂ ਲਾਈਟ ਆਊਗੀ ਨਾ, ਲਾਈਟ ਇੱਧਰ। ਹਾਂ ਹਾਂ ਹੁਣ ਟੁਰੇ ਜਾਓ, ਸਿੱਧੇ ਟੁਰੇ ਜਾਓ। ਕਲਾਸ ਜਿਹੜੀ ਹੈ ਨਾ ਜੀ ਉਹਦੇ ਵਾਸਤੇ एक्सरसाइज जरूरी, बल्कि एक्सरसाइज सारी हर उम्र की जरूरी है। लेकिन अगर 40+ बंदा हो गया ना तो फिर लाजम 1 घंटा अपने आप को देना चाहिए। बिल्कुल बिल्कुल, इस वास्ते कि जिंदगी बाकी हैगी उन्हें भी बंदा ਉਹ ਅੱਛੇ ਤਰੀਕੇ ਨਾਲ ਗੁਜ਼ਾਰ ਸਕਦਾ। ਮੈਂ ਖੁਦ ਆਪ ਇਮੇਜਿਨ ਕੀਤਾ ਕਿ ਜਦੋਂ ਮੈਂ ਐਕਸਰਸਾਈਜ਼ ਨਹੀਂ ਕਰਦਾ ਸੀ, ਜਿਸਮ ਇੱਦਾਂ ਰਹਿੰਦਾ ਸੀ ਜਿੱਦਾਂ ਥੱਕਿਆ ਬਿਮਾਰ। ਹਾਲਾਂਕਿ ਨੀਂਦ ਵੀ ਪੂਰੀ ਹੁੰਦੀ ਸੀ, ਸਭ ਕੁਝ ਹੁੰਦਾ ਸੀ, ਲੇਕਿਨ ਜਿਸਮ ਜਿਹੜਾ ਨਾ ਇੱਦਾਂ ਹੀ ਲੱਗਦਾ ਸੀ ਜਿੱਦਾਂ ਥੱਕਿਆ ਨਹੀਂ ਹੁੰਦਾ। ਬਿਲਕੁਲ ਇਸ ਤਰ੍ਹਾਂ ਹੀ ਠੀਕ ਹੈ ਨਾ।
ਨੀਂਦ ਪੂਰੀ ਹੋ ਕੇ ਵੀ ਇਦਾਂ ਲੱਗਦਾ ਸੀ ਉੱਠਣ ਨੂੰ ਸੀ ਦਿਲ ਕਰਦਾ ਨਾ, ਨੀਂਦ ਸਹੀ ਆਉਂਦੀ ਸੀ। ਤੇ ਲੇਕਿਨ ਹਾਂ ਕੌਨਫੀਡੈਂਸ ਹੀ ਨਹੀਂ ਹੁੰਦਾ ਜਿਸਮ ਦੇ ਵਿੱਚ। ਉਹ ਚੀਜ਼ ਨਹੀਂ ਆ, ਲੇਜ਼ੀ ਜਿਹਾ। ਜਦੋਂ ਐਕਸਰਸਾਈਜ਼ ਕੀਤੀ, ਡਾਈਟ ਕੀਤੀ, ਸਭ ਤੋਂ ਮੇਨ ਚੀਜ਼ ਜਿਹੜੀ ਮੈਨੂੰ ਲੱਗੀ ਆ ਕਿ ਬੈਸਟ ਕੀਤੀ ਆ, ਉਹ ਮਿੱਠਾ ਛੱਡ ਕੇ। ਹਾਂ ਵੈਰੀ ਗੁੱਡ। ਮੈਂ ਇੱਕ ਸਵਾਲ ਠੀਕ ਹੈ ਨਾ, ਮਿੱਠਾ ਛੱਡ ਕੇ ਔਰ ਆਪਣੀ ਖੁਰਾਕ ਦੇ ਵਿੱਚ ਤਕਰੀਬਨ 50% ਕਮੀ ਕਰਕੇ, ਜਿਸ ਨੇ ਮੈਨੂੰ ਬਹੁਤ ਬਿਹਤਰ ਤਰੀਕੇ ਨਾਲ ਨਾ ਯਾਨੀ ਤੁਸੀਂ 4 ਚੀਜ਼ਾਂ ਨਹੀਂ ਸਕਦੀਆਂ। ਇੱਕ ਚੀਨੀ, ਕੋਲਡ ਡਰਿੰਕ, चीनी, कोल्ड ड्रिंक, चावल और तलियां चीज़ां बिल्कुल, ते रोटी थोड़ी घटाई है। हाँ जी, ये 5 चीज़ां मेन। रोटी तकरीबन एक हफ्ते तो मैं बिल्कुल नहीं खाती। एक हफ्ता तकरीबन एक हफ्ता नहीं मैं खाती, तो तकरीबन मैं फिर उस बाद रोटी एक टाइम खानी, यानी कि पूरे दिन दे विच 2 रोटियां, एक रात दी ते एक दोपहर दी। हाँ जी, ਤੇ ਸਵੇਰ ਨੂੰ ਨਹੀਂ ਨਾਲ ਮੈਂ ਬਲੈਕ ਕਾਫੀ ਸ਼ੁਰੂ ਕਰ ਦਿੱਤੀ ਸੀ। ਦੁਪਹਿਰ ਦੇ ਟਾਈਮ ਸਲਾਦ ਸੀ, ਤੇ ਰਾਤ ਦੇ ਟਾਈਮ ਵੀ ਕੋਈ ਇਸ ਤਰ੍ਹਾਂ ਦੀ ਹਲਕੀ ਫੁਲਕੀ ਚੀਜ਼ ਸੀ, ਥੋੜੀ ਬਹੁਤ, ਕੋਈ ਦਾਲ ਪੱਕੀ ਹੈ, ਕੋਈ ਸਬਜ਼ੀ ਪੱਕੀ ਹੈ, ਤਕਰੀਬਨ 1 ਪਲੇਟ। ਬਿਲਕੁਲ। ਤੇ ਇਸ ਵਾਸਤੇ ਫਿਰ ਮਾਸ਼ਾਅੱਲਾ ਰਿਜ਼ਲਟ ਬਹੁਤ ਅੱਛਾ ਆਇਆ। ਹਾਂ ਰਿਜ਼ਲਟ ਠੀਕ ਹੈ। ਟਾਇਲ ਆ ਇਹਦੇ ਨਾਲ ਦੀ ਕੋਈ ਟੁੱਟੀ ਗਈ ਤੇ ਚੁੱਲ੍ਹੇ ਦੇ ਥੱਲੇ ਰਹਿਣ ਦੇ ਤੂੰ। ਇੱਥੋਂ ਨਹੀਂ ਚੁੱਕੀ ਦੀ ਗੌਰਮੈਂਟ ਦੀ, ਪਰਲੇ ਪਾਸੇ ਪਈ। ਇਹ ਨਵੀਆਂ ਪਈਆਂ ਰਹਿੰਦੀਆਂ। ਤੇ ਗੱਲ ਤਾਂ ਸਿਰਫ ਇਹੀ ਆ ਕਿ ਜਦੋਂ ਬੰਦਾ ਇੱਕ ਜ਼ਹਿਨੀ ਤੌਰ ਤੇ, ਇਹ ਤੁਹਾਨੂੰ ਡਾਈਟ ਕੋਈ ਨਹੀਂ ਕਰਾ ਸਕਦਾ, ਇਹ ਸਿਰਫ ਤੁਹਾਨੂੰ ਕਰਨੀ ਪੈਂਦੀ ਆ ਡਾਈਟ ਆਪ ਕਰਨੀ। ਇਹ ਤਾਂ ਇੱਧਰ ਇਹ ਤੁਹਾਨੂੰ ਕੋਈ ਕਰਾ ਸਕਦਾ ਵਾ। ਠੀਕ ਆ ਨਾ, ਯਾਨੀ ਕਿ ਕੋਈ ਜਿੰਨਾ ਮਰਜ਼ੀ ਕੋਈ ਕਹਿੰਦਾ ਰਹੇ ਨਾ ਕਿ ਡਾਈਟ ਕਰੋ, ਨਹੀਂ ਹੁੰਦੀ ਜਦ ਤੱਕ ਤੁਸੀਂ ਆਪ ਜਿਹੜਾ ਨਾ ਜ਼ਹਿਨੀ ਤੌਰ ਤੇ ਇਹ ਕਰਦੇ। 1 ਸਾਲ ਪਹਿਲਾਂ ਆਜ਼ਮ ਸਾਹਿਬ, 1 ਸਾਲ ਪਹਿਲਾਂ ਮੇਰਾ ਹਿਸਾਬ ਕਿਤਾਬ ਇੱਦਾਂ ਦਾ ਸੀ ਕਿ ਮੈਂ ਸਿਗਰਟ ਪੀਂਦਾ ਸੀ ਬਹੁਤ ਜ਼ਿਆਦਾ। ਉਹ ਤੋਂ ਸਿਗਰਟ ਲਏ ਆ ਕੁਪਰੀ ਤੋਂ, ਆ ਕੁਪਰੀ ਹੈ ਨਾ, ਇਸ ਤੋਂ ਥੋੜਾ ਜਿਹਾ ਪਿੱਛੇ। ਸਹੀ, ਠੀਕ ਹੈ ਨਾ। ਇਸ ਤੋਂ ਬਾਅਦ ਜਦੋਂ ਮੈਂ ਸਿਗਰਟ ਲੈ ਕੇ ਇੱਕ ਸਿਗਰਟ ਲਗਾਇਆ, ਉਹਦਾ ਇੱਕ ਕਸ਼ ਲਾਇਆ, ਤੇ ਦਿਲ ਦੇ ਵਿੱਚ ਆਇਆ ਕਿ ਯਾਰ ਇਹ ਕੀ ਕਰਦਾ ਪਿਆ। ਬਸ ਸਿਗਰਟ ਕੋਈ ਅੱਛੀ ਚੀਜ਼ ਤਾਂ ਨਹੀਂ ਹੈ ਨਾ। ਉਹ ਸਿਗਰਟ ਮੈਂ ਤੋੜ ਕੇ ਸੁੱਟ ਦਿੱਤਾ। ਮੈਂ ਇਸ ਤਰ੍ਹਾਂ ਹੀ ਜਾਣ। ਠੀਕ ਹੈ, ਨਾਲ ਹੀ ਪੂਰਾ ਪੈਕਟ ਸੁੱਟਿਆ। ਤੁਹਾਨੂੰ ਪਤਾ ਹੈ ਜਿਹੜਾ ਨਾ ਸਊਦੀਆ ਦੇ ਵਿੱਚ ਕਮ ਸੇ ਕਮ 20 ਰਿਆਲ ਦੀ ਤੋਂ ਡੱਬੀ ਆ। ਬਿਲਕੁਲ ਠੀਕ ਹੈ, ਉਹ ਮੈਂ ਉੱਦਾਂ ਹੀ ਤੋੜ ਕੇ ਉਹ ਡਸਟਬਿਨ 'ਚ ਉਹ ਜਿਹੜੀ ਆ ਨਾ ਉਹ ਸਾਹਮਣੇ ਪਈ ਆ, ਉਹਦੇ ਕੋਲ ਮੈਂ ਸੁੱਟ ਦਿੱਤੀ। ਜਦੋਂ ਮੈਂ ਉਹਦੇ ਕੋਲ ਸੁੱਟੀ ਉਹਦੇ ਵਿੱਚ, ਬਸ ਉਹ ਦਿਨ ਮੇਰਾ ਆਖਰੀ ਸੀ। ਅੱਜ ਤਕਰੀਬਨ 1 ਸਾਲ ਕੋਈ 5 ਮਹੀਨੇ ਹੋ ਗਏ, 1.5 ਸਾਲ ਤਕਰੀਬਨ ਮੈਕਸਿਮਮ ਹੋ ਚੱਲਾ। ਉਹਦੇ ਵਿੱਚ ਤੁਸੀਂ ਕੀ ਮਹਿਸੂਸ ਕੀਤਾ ਜੀ ਸਿਗਰਟ ਛੱਡ? ਸਰ ਮੈਂ ਆਪਣਾ ਜਿਹੜਾ ਨਾ ਜ਼ਿੰਦਗੀ ਦਾ ਮੇਰੀ ਦਾ ਐਕਸਪੀਰੀਅੰਸ ਹੈ, ਸਿਗਰਟ ਜਿਹੜੀ ਆ ਨਾ ਬਹੁਤ ਵੱਡੀ ਬਿਮਾਰੀ ਆ। ਸਭ ਤੋਂ ਮੇਨ ਚੀਜ਼ ਹੈ, ਲੋਕ ਪੀਂਦੇ ਆ, ਲੋਕ ਕਹਿੰਦੇ ਆ ਕਿ ਹਾਂ ਵੀ ਪੇਟ ਵੱਧ ਜਾਂਦਾ ਸਿਗਰਟ ਪੀਣ ਵਾਲਾ ਛੱਡੇ, ਜਦੋਂ ਗੈਸ ਹੋਣ ਲੱਗ ਜਾਂਦੀ ਹੈ। ਕੁਛ ਫਰਕ ਨਹੀਂ ਪੈਂਦਾ, ਸਿਰਫ ਮਾਈਂਡ ਨੂੰ ਸਮਝਾਉਣ ਵਾਲੀ ਗੱਲ। ਜਦੋਂ ਤੁਸੀਂ ਦਿਮਾਗ ਦੇ ਵਿੱਚ ਸੋਚ ਲਿਆ ਨਾ ਕਿ ਅਸੀਂ ਛੱਡਣੀ ਆ, ਫਿਰ ਕੋਈ ਵੀ ਐਸਾ ਅਮਲ ਹੀ ਕੋਈ ਨਹੀਂ ਹੈ ਕਿ ਜਿਹਦੇ ਵਿੱਚ ਤੁਸੀਂ ਕਹੋ ਕਿ ਸਿਗਰਟ ਜਿਹੜੀ ਆ ਨਾ ਕਿ ਅਸੀਂ ਛੱਡ ਨਹੀਂ ਸਕਦੇ। ਤੇ ਸਿਗਰਟ ਛੱਡਣੀ ਬਹੁਤ ਆਸਾਨ ਆ। ਤੇ ਹੁਣ ਅਸੀਂ ਚੱਲੇ ਹਾਂ ਘਰ, ਸਾਡੀ ਐਕਸਰਸਾਈਜ਼ ਹੋ ਗਈ ਕੰਪਲੀਟ। ਇਨਸ਼ਾਅੱਲਾ ਫਿਰ ਮਿਲਾਂਗੇ। ਓਕੇ ਬਾਏ।